ਐਤਕੀ ਗਰਮੀ ਦੇ ਸੀਜ਼ਨ 'ਚ ਲੋਕਾਂ ਨੂੰ ਬਿਜਲੀ ਸੰਕਟ ਦਾ ਕਰਨਾ ਪੈ ਸਕਦਾ ਹੈ ਸਾਹਮਣਾ। ਬਿਜਲੀ ਦੀ ਰਿਕਾਰਡ ਮੰਗ 2.29 ਲੱਖ ਮੈਗਾਵਾਟ ਤੱਕ ਵਧਣ ਦਾ ਅਨੁਮਾਨ। ਕੇਂਦਰ ਸਰਕਾਰ ਵੱਲੋਂ ਕੋਲ ਬੇਸਡ ਪਲਾਂਟਸ ਨੂੰ ਪੂਰੀ ਸਮਰੱਥਾ ਤੇ ਕੰਮ ਕਰਨ ਦੇ ਆਦੇਸ਼। ਮਸਤੂਆਣਾ ਸਾਹਿਬ 'ਚ ਮੈਡੀਕਲ ਕਾਲਜ ਬਣਾਉਣ ਦਾ ਰਾਹ ਹੋਇਆ ਪੱਧਰਾ। 25 ਏਕੜ ਜ਼ਮੀਨ ਨੂੰ ਲੈ ਕੇ ਜੀਪੀਸੀ ਸਣੇ ਤਿੰਨੇ ਧਿਰਾਂ ਵਿਚਾਲੇ ਬਣੀ ਸਹਿਮਤੀ। 6 ਮਹੀਨੇ ਪਹਿਲਾਂ ਜਿਸ ਥਾਂ ਤੇ ਸੀਐਮ ਨੇ ਰੱਖਿਆ ਸੀ ਨੀਂਹ ਪੱਥਰ, ਉਸੇ ਜ਼ਮੀਨ ਤੇ ਬਣੇਗਾ ਕਾਲਜ। ਵਿਜੀਲੈਂਸ ਨੇ ਸਾਬਕਾ ਸੀਐਮ ਚੰਨੀ ਦੇ ਕਰੀਬੀ ਨੂੰ ਹਿਰਾਸਤ 'ਚ ਲਿਆ। ਸੂਤਰਾਂ ਮੁਤਾਬਿਕ ਖਰੜ ਦੇ ਨਾਮੀ ਬਿਲਡਰ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾ ਰਹੀ ਪੁੱਛਗਿੱਛ। ਧੋਖਾਧੜੀ ਦੀ ਮਿਲੀ ਸੀ ਸ਼ਿਕਾਇਤ। ਮੁਕਤਸਰ ਸਾਹਿਬ 'ਚ ਆਪਸ 'ਚ ਭਿੜੇ ਨੌਜਵਾਨ, ਦੋ ਨੌਜਵਾਨਾਂ ਨੂੰ ਕੀਤਾ ਟਾਰਗੇਟ। ਗੋਲੀ ਲੱਗਣ ਨਾਲ ਇੱਕ ਸ਼ਖਸ ਹੋਇਆ ਜ਼ਖਮੀ, ਦੂਜੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ। ਗੁਰੂਗ੍ਰਾਮ 'ਚ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ। ਦੋ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ। ਸੋਸ਼ਲ ਮੀਡੀਆ ਤੇ ਲਾਰੈਂਸ ਬਿਸ਼ਨੋਈ ਨੇ ਕਤਲ ਦੀ ਲਈ ਜ਼ਿੰਮੇਵਾਰੀ। ਲੁਧਿਆਣਾ ਪੁਲਿਸ ਨੇ ਟ੍ਰੈਪ ਲਗਾ ਕੇ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ। ਪੁਲਿਸ ਕਮਿਸ਼ਨਰ ਨੇ ਖੁਦ ਕੀਤੀ ਮੁਹਿੰਮ ਦੀ ਅਗਵਾਈ। ਸੁਨਸਾਨ ਇਲਾਕੇ 'ਚ ਫਰੌਤੀ ਲੈਣ ਆਏ ਸੀ ਬਦਮਾਸ਼। ਆਪਰੇਸ਼ਨ ਕ੍ਰਾਈਮ ਫ੍ਰੀ ਪੰਜਾਬ ਦੌਰਾਨ ਪੁਲਿਸ ਨੇ ਦਰਜ ਕੀਤੇ 187 ਮਾਮਲੇ। 205 ਲੋਕਾਂ ਨੂੰ ਕੀਤਾ ਗ੍ਰਿਫਤਾਰ। 2.5 ਕਿਲੋ ਤੋਂ ਜ਼ਿਆਦਾ ਹੈਰੋਇਨ ਦੀ ਰਿਕਵਰੀ। ਕੁਰੂਕਸ਼ੇਤਰ ਪਹੁੰਚੀ ਐਸਜੀਪੀਸੀ ਦੀ ਟੀਮ ਨੂੰ ਹਰਿਆਣਾ ਪੁਲਿਸ ਨੇ ਕੁਝ ਵਕਤ ਲਈ ਕੀਤਾ ਡਿਟੇਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬੀਜੇਪੀ ਸਰਕਾਰ ਤੇ ਕਰਾਰਾ ਵਾਰ। ਕਿਹਾ ਅੰਗਰੇਜ਼ ਹਕੂਮਤ ਦੀ ਲੀਹ ਤੇ ਚੱਲ ਪਈ ਹੈ ਮੌਜੂਦਾ ਸਰਕਾਰ। ਕੌਮੀ ਇਨਸਾਫ ਮੋਰਚੇ ਦੇ ਧਰਨੇ ਦਾ ਅੱਜ 47ਵਾਂ ਦਿਨ। ਮੋਰਚੇ ਦਾ 5 ਮੈਂਬਰੀ ਵਫਦ ਅੱਜ ਲੁਧਿਆਣਾ ਡੀਐਮਸੀ 'ਚ ਸੂਰਜ ਸਿੰਘ ਖਾਲਸਾ ਨਾਲ ਕਰੇਗਾ ਮੁਲਾਕਾਤ। ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਹਨ ਸੂਰਜ ਸਿੰਘ ਖਾਲਸਾ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਗੁਰਦਾਸਪੁਰ 'ਚ ਰੋਕਣਗੇ ਰੇਲਾਂ। ਦੁਪਹਿਰੇ 2 ਵਜੇ ਹੋਵੇਗਾ ਰੇਲ ਰੋਕੋ ਪ੍ਰਦਰਸ਼ਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤਾ ਜਾਵੇਗਾ ਧਰਨਾ। ਪਾਕਿਸਤਾਨ 'ਚ ਪੈਦਾ ਹੋਇਆ ਵੱਡਾ ਸਿਆਸੀ ਸੰਕਟ। ਰਾਸ਼ਟਰਪਤੀ ਵੱਲੋਂ ਸੂਬਾਈ ਚੋਣਾਂ ਦੇ ਐਲਾਨ ਤੇ ਛਿੜਿਆ ਵਿਵਾਦ। ਪਾਕ ਸਰਕਾਰ ਨੇ ਕਿਹਾ ਚੋਣਾਂ ਦਾ ਐਲਾਨ ਰਾਸ਼ਟਰਪਤੀ ਦਾ ਕੰਮ ਨਹੀਂ, ਇਮਰਾਨ ਖਾਨ ਦੇ ਇਸ਼ਾਰੇ ਤੇ ਕਰ ਰਹੇ ਕੰਮ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਬਿਜਲੀ ਦੇ ਨਾਲ। ਕੀ ਗਰਮੀ 'ਚ ਗਹਿਰਾ ਸਕਦਾ ਹੈ ਬਿਜਲੀ ਦਾ ਸੰਕਟ? ਇਸ ਗਰਮੀ ਤੇ ਸੀਜ਼ਨ 'ਚ ਬਿਜਲੀ ਦੀ ਰਿਕਾਰਡ ਮੰਗ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਦੱਸਦੇ ਕਿ ਬਿਜਲੀ ਦੀ ਮੰਗ 2.29 ਲੱਖ ਮੈਗਾਵਾਟ ਤੱਕ ਵਧਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਦਾ ਕੋਲ ਬੇਸਡ ਪਲਾਂਟਸ ਨੂੰ ਨਵਾਂ ਆਦੇਸ਼ ਹੈ ਕਿ ਕੋਲ ਬੇਸਡ ਪਲਾਂਟਸ ਨੂੰ ਪੂਰੀ ਸਮਰੱਥਾ ਤੇ ਕੰਮ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ। ਕਾਬਲੇ ਗੌਰ ਹੈ ਕਿ 6 ਮਾਰਚ ਤੋਂ 15 ਜੂਨ ਤੱਕ ਪੂਰੀ ਸਮਰੱਥਾ ਤੇ ਕੰਮ ਕਰਨ ਦੇ ਆਦੇਸ਼ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਤਾਂ ਜੋ ਗਰਮੀਆਂ ਵਿੱਚ ਬਿਜਲੀ ਦੀ ਕਮੀ ਨਾ ਆਵੇ। ਦੱਸਦੇ ਕਿ ਸਰਕਾਰ ਨੇ 15 ਬਿਜਲੀ ਘਰਾਂ ਨੂੰ ਨੋਟਿਸ ਭੇਜਿਆ ਹੈ। ਹਾਲਾਂਕਿ ਪਿਛਲੇ ਸਾਲ ਗਰਮੀਆਂ ਵਿੱਚ ਸਿਖਰ ਮੰਗ 2.50 ਲੱਖ ਮੈਗਾਵਾਟ ਪਹੁੰਚੀ ਸੀ ਤੇ ਕੀ ਇਸ ਸੀਜ਼ਨ 'ਚ ਗਰਮੀਆਂ 'ਚ ਬਿਜਲੀ ਦੀ ਸੰਕਟ आएगी? तो मेरे सहयोगी अमितेश फोन लाइन पे मौजूद ने। अमितेश, जानना चाहेंगी बिजली की मांग बढ़ सकती है, ये आशंका जताई गई है केंद्र सरकार के पास से, तो बिजली संकट का सामना कर सकता है, और क्या कुछ जानकारी इस मामले पे? देखिए, अभी फरवरी महीना चल रहा है, अभी भी सामान्य से 7 डिग्री टेम्परेचर ज़्यादा है, 7 डिग्री सेल्सियस अभी से ही। तो निश्चित रूप से इस बात की आशंका जताई जा रही है केंद्र सरकार की तरफ से। जो आकलन हुआ है उसमें कि इस साल बिजली की खपत ज़्यादा होगी, लिहाजा अभी से ही तैयारी शुरू कर दी गई है। और केंद्र सरकार की तरफ से, बिजली मंत्रालय की तरफ से, जो ऊर्जा मंत्रालय है उनकी तरफ से 6 मार्च से 15 जून तक जो भी कोयला आधारित बिजली घर है वो पूर्ण क्षमता के साथ काम करें, इस बात को लेकर के कहा गया है सभी कोयला आधारित बिजली घरों का। तो कुल मिलाकर जाए तो एक अनुमान लगाया गया है। अनुमान के मुताबिक माना जा रहा है कि ज़्यादा 2,30,000 मेगावाट बिजली की मांग कही जा रही है। केंद्र सरकार ने जो आकलन किया है उसके मुताबिक 2,30,000 मेगावाट तक बिजली की मांग हो सकती है इस बार देश में। तो उसके मद्देनजर जितने भी कोयला आधारित जो बिजली घर हैं वो पूर्ण क्षमता से काम करें, इस बाबत निर्देश अभी ही दिया गया है। और फरवरी महीने में ही जो गर्मी दिख रही है उसको ध्यान में रखते हुए केंद्र सरकार ऐसा आकलन कर रही है कि 2,29,000 मेगावाट तक इस बार डिमांड हो सकती है। लिहाजा अभी से ही पूरी तैयारी की जा रही है और यही वजह है कि जितने भी कोयला आधारित जो बिजली घर हैं उन्हें अभी से ही निर्देश दिया गया है।
ਜੀ ਬਹੁਤ ਬਹੁਤ ਸ਼ੁਕਰੀਆ ਅਮਿਤੇਸ਼ ਹਮੇ तमाम ਜਾਣਕਾਰੀ ਦੇਣ ਲਈ ਤੇ ਦੱਸ ਦੇਗੀ ਕਿ ਗਰਮੀ ਚ ਆਵੇਗਾ ਬਿਜਲੀ ਦਾ ਸੰਕਟ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਪਹਿਲਾਂ ਹੀ ਆਦੇਸ਼ ਜਾਰੀ ਕਰ ਦਿੱਤੇ ਨੇ। ਕਾਬਲੇ ਗੌਰ ਹੈ ਕਿ ਗਰਮੀ ਚ ਗਹਿਰਾ ਸਕਦਾ ਹੈ ਬਿਜਲੀ ਦਾ ਸੰਕਟ, ਇਸ ਦਾ ਅਨੁਮਾਨ, ਇਸ ਦਾ ਖਦਸ਼ਾ ਲਗਾਇਆ ਜਾ ਰਿਹਾ ਹੈ। ਇਸ ਦੇ ਵਿੱਚ ਹੀ ਦੱਸ ਦੇ ਕਿ ਬਿਜਲੀ ਦੀ ਮੰਗ 2.29 ਲੱਖ ਮੈਗਾਵਾਟ ਤੱਕ ਵਧਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਕੋਲ ਬੇਸਡ ਪਲਾਂਟਸ ਨੇ ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਨੇ, ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕਿ 6 ਮਾਰਚ ਤੋਂ 15 ਜੂਨ ਤੱਕ ਪੂਰੀ ਸਮਰੱਥਾ ਨਾਲ ਕੰਮ ਕਰੋ ਤਾਂ ਜੋ ਗਰਮੀਆਂ ਵਿੱਚ ਬਿਜਲੀ ਦੀ ਸੰਕਟ ਨਾ ਆ ਸਕੇ, ਬਿਜਲੀ ਦੀ ਸਮੱਸਿਆ ਨਾ ਆ ਸਕੇ। ਸਰਕਾਰ ਨੇ ਦੱਸ ਦੇ ਕਿ 15 ਬਿਜਲੀ ਘਰਾਂ ਨੂੰ ਇਸ ਬਾਬਤ ਨੋਟਿਸ ਜਾਰੀ ਕੀਤੇ ਨੇ। ਤੇ ਦੱਸ ਦਈਏ ਕਿ ਗਰਮੀਆਂ 'ਚ ਗਹਿਰਾ ਸਕਦਾ ਹੈ ਬਿਜਲੀ ਦਾ ਸੰਕਟ ਤੇ ਇਸ ਗਰਮੀ ਦੇ ਸੀਜ਼ਨ 'ਚ ਬਿਜਲੀ ਦੀ ਜੋ ਹੈ ਖਪਤ ਹੈ ਉਹ ਵੱਧ ਸਕਦੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਇਸ ਬਾਬਤ। ਜੋ ਕੇਂਦਰ ਸਰਕਾਰ ਨੇ ਕੋਲ ਬੇਸਡ ਪਲਾਂਟਸ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਉਹਨਾਂ ਨੂੰ ਆਦੇਸ਼ ਜਾਰੀ ਕੀਤਾ ਹੈ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ ਵੀ ਬਿਜਲੀ ਦੀ ਖਪਤ ਗਰਮੀਆਂ ਜ਼ਿਆਦਾ ਹੁੰਦੀ ਹੈ। ਜਦੋਂ ਝੋਨੇ ਦਾ ਸੀਜ਼ਨ ਆਉਂਦਾ ਹੈ ਉਦੋਂ ਬਿਜਲੀ ਦੀ ਖਪਤ ਦੁੱਗਣੀ ਹੋ ਜਾਂਦੀ ਹੈ। ਤੇ ਅਸੀਂ ਗੱਲ ਕਰੀਏ ਮੌਜੂਦਾ ਤੇ ਫਰਵਰੀ 'ਚ ਹੀ ਮਾਰਚ ਵਾਲੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ वाले टाइम जो बिजली की खपत है वो ज्यादा होएगी। तो इस बाबत कोल प्लांट्स ਨੂੰ नोटिस जारी कर ਦਿੱਤੇ ਗਏ ਨੇ। रुकांगे अगली खबर ਦਾ। ਆਸਟ੍ਰੇਲੀਆ 'ਚ ਫਿਰ ਭਾਰਤ ਖਿਲਾਫ ਪਾਕਿਸਤਾਨੀ ਹਰਕਤ ਵੇਖਣ ਨੂੰ ਮਿਲੀ ਹੈ। ਹੁਣ ਦੱਸ ਕਿ ਬ੍ਰਿਸਬੇਨ 'ਚ ਲਗਾਏ ਗਏ ਨੇ ਨਾਰੇ, ਖਾਲਿਸਤਾਨੀ ਝੰਡਾ ਬ੍ਰਿਸਬੇਨ ਦੇ ਭਾਰਤੀ ਕੌਂਸੂਲੇਟ ਤੇ ਲਗਾਇਆ ਗਿਆ ਹੈ। ਕਾਬਲੇ ਗੌਰ ਹੈ ਕਿ ਖਾਲਿਸਤਾਨੀ ਝੰਡਾ ਲਗਾਇਆ ਗਿਆ ਹੈ। ਆਸਟ੍ਰੇਲੀਆ 'ਚ ਫਿਰ ਭਾਰਤ ਖਿਲਾਫ ਪਾਕਿਸਤਾਨੀ ਜੋ ਖਾਲਿਸਤਾਨੀ ਹਰਕਤ ਵੇਖਣ ਨੂੰ ਮਿਲੀ ਹੈ। ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਅਸੀਂ ਵੇਖਿਆ ਹੈ ਕਿ ਅਗਰ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਕੈਨੇਡਾ ਦੀ ਗੱਲ ਕਰੀਏ ਤੇ ਉੱਥੇ ਵੀ ਖਾਲਿਸਤਾਨੀ ਪੱਖੀ ਨਾਰੇ ਲਗਾਏ ਜਾਂਦੇ ਨੇ। ਤੇ ਆਸਟ੍ਰੇਲੀਆ 'ਚ ਫਿਰ ਭਾਰਤ ਖਿਲਾਫ ਖਾਲਿਸਤਾਨ ਹਰਕਤ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਹੁਣ ਬ੍ਰਿਸਬੇਨ 'ਚ ਖਾਲਿਸਤਾਨੀ ਝੰਡਾ ਲਗਾਇਆ ਗਿਆ ਹੈ। ਦੱਸਦੇ ਕਿ ਬ੍ਰਿਸਬੇਨ 'ਚ ਭਾਰਤੀ ਕੌਂਸੂਲੇਟ ਹੈ ਉਸ ਤੇ ਖਾਲਿਸਤਾਨੀ ਝੰਡਾ ਲਗਾਇਆ ਗਿਆ ਹੈ। ਮੇਰੇ सहयोगी शैलेंद्र वांगू फोन लाइन पे मौजूद ने। शैलेंद्र, इस पूरे मामले पे जानकारी चाहेंगे कि ब्रिस्बेन में भारतीय कॉन्सुलेट है उस पे ही खालिस्तानी झंडा लगा दिया गया। देखिए, ब्रिस्बेन में ये ताज़ा मामला सामने आया है जहां पर जो भारतीय कॉन्सुलेट है उसके बाहर खालिस्तानी समर्थकों ने झंडा लगाया है। और ये पहला का मौका नहीं है, इससे पहले कई बार हमने देखा है कि ऑस्ट्रेलिया हो, यूके या कनाडा, इन तमाम देशों में खालिस्तानी जो समर्थक हैं वो कहीं पे भी इस तरह के हमलों को अंजाम देते हैं। और हमने ये भी देखा था कि ऑस्ट्रेलिया के ही अंदर 3 ऐसे मंदिर हैं जिन पर पिछले दिनों हमने देखा था कि उस पे खालिस्तानी समर्थकों ने तोड़फोड़ की है या फिर भारत विरोधी नारे उन्होंने लिखे हैं उसके खिलाफ। और भारत इस मामलों को लगातार उठाता रहा है। और इसी बीच हमने ये भी देखा था कि जो हिंदू काउंसिल ऑफ ऑस्ट्रेलिया है उनकी तरफ से मांग की गई थी कि ऐसे लोगों के खिलाफ सख्त कार्रवाई होनी चाहिए और उनके वीजा रद्द होना चाहिए ताकि उनको वापस अपने देशों में भेजा जा सके जो लोग बाहर से इस तरह के आते हैं हरकतें करने के लिए। और इसी बीच जो ताज़ा मामला है ब्रिस्बेन वाला, उसके हमारे सूत्र जो हाई कमीशन ऑफ इंडिया इन ऑस्ट्रेलिया है उन्होंने हमें कंफर्म किया है कि इस मामले को ऑस्ट्रेलिया सरकार के साथ उठाया गया है। भारत ने अपनी चिंता जाहिर की है। जी बहुत बहुत शुक्रिया शैलेंद्र हमें तमाम जानकारी देने ਲਈ। ਤੇ ਦੱਸ ਦੇ ਕਿ ਆਸਟ੍ਰੇਲੀਆ 'ਚ ਫਿਰ ਭਾਰਤ ਖਿਲਾਫ ਖਾਲਿਸਤਾਨੀ ਹਰਕਤ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਬ੍ਰਿਸਬੇਨ, ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਭਾਰਤੀ ਕੌਂਸੂਲੇਟ ਦੇ ਬਾਹਰ ਹੀ ਖਾਲਿਸਤਾਨੀ ਝੰਡਾ ਲਗਾ ਦਿੱਤਾ ਗਿਆ ਹੈ। ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਜਿੱਥੇ ਕਿ ਜੋ ਇੰਡੀਅਨ ਕੌਂਸੂਲੇਟ ਹੈ ਬ੍ਰਿਸਬੇਨ 'ਚ ਉੱਥੇ ਖਾਲਿਸਤਾਨੀ ਝੰਡਾ ਲਗਾਇਆ ਗਿਆ।